कि हरसिमरत कौर बादल उस मंत्रिमंडल का कैबिनेट का हिस्सा सी जिथे खेती कानूनों की गल चलती सी। जे उदों बीबी हरसिमरत कौर बादल किते अस्तीफा दे दिंदी शायद एडा विरोध हो जाता, समर्थन मिल जाता, बीजेपी पार्लीमेंट चो कानून शायद पास ही ना कर पाती, क्योंकि ये भी गल हो सकती सी। राहुल गांधी का एजेंडा कई एजेंडे है, ਅਸੀਂ ਉਹਨਾਂ ਨੂੰ ਕਿਹਾ कि ਆਹ संसद 'ਚ ਆਪਾਂ ਇੱਕੋ ਇੱਕ ਏਜੰਡਾ ਰੱਖੀਏ। ਤਾਈਓ ਤੁਸੀਂ ਦੇਖੋ ਬਿੱਟੂ ਘਬਰਾਉਂਦਾ ਹੈ। ਸੁਖਬੀਰ ਨੇ ਦੱਸਿਆ, ਪਤਾ ਨਹੀਂ ਸੁਖਬੀਰ ਨੂੰ ਕਿਹਨੇ ਦੱਸਤਾ, ਕੋਈ ਸੂਤਰ ਹੋਣੇ ਸੁਖਬੀਰ ਦੇ ਵੀ ਤਕੜੇ ਗਗਨ। ਸੁਖਬੀਰ ਕਹਿੰਦਾ ਵੀ ਰਵਨੀਤ ਬਿੱਟੂ ਕਾਂਗਰਸ ਦਾ ਫੇਸ ਬਣਨਾ ਚਾਹੁੰਦਾ ਸੀ। ਵੀ ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪਟਿਆਲੇ ਦੇ ਜਿਹੜੇ ਐਮਐਲਏ ਆ ਉਹਨਾਂ ਦੇ ਵਿੱਚ ਇੱਕ ਬੇਚੈਨੀ ਹੈ ਵੀ ਕਿਤੇ ਸਿੱਧੂ ਪਟਿਆਲੇ ਉਹਨਾਂ ਚੋਣ ਲੜ ਪਏ। ਇਹ ਮਦਨ ਲਾਲ ਜਲਾਲਪੁਰ ਦਾ ਇਲੈਕਸ਼ਨ ਨਹੀਂ, ਇਹ ਨਵਜੋਤ ਸਿੰਘ ਸਿੱਧੂ ਦਾ ਇਲੈਕਸ਼ਨ। ਤੁਸੀਂ ਕੀ ਛੱਡਿਆ, ਤੁਸੀਂ ਕੀ ਕੀਤਾ? ਤੁਸੀਂ ਤਿੰਨੋਂ ਕਾਨੂੰਨ ਪੰਜਾਬ 'ਚ ਲਾਗੂ ਕਰੀ ਬੈਠੇ ਹੋ। ਜਿਹੜੀ ਵਿਧਾਨ ਸਭਾ ਦੇ ਵਿੱਚ ਅਮੈਂਡਮੈਂਟ ਪਾਈ, ਤੇਰੀ ਪਾਰਟੀ ਦਾ ਪ੍ਰਧਾਨ ਸਿੱਧੂ ਖੁਦ ਕਹਿ ਰਿਹਾ ਕਿ ਰੱਦ ਕਰਨੇ ਬਣਦੇ ਸੀ, ਤੁਸੀਂ ਡਰਾਮੇ ਕਰਦੇ ਹੋ। ਹੁਣ ਸੁਖਬੀਰ ਬਾਦਲ ਕਹਿੰਦਾ ਵੀ ਅਸਲ 'ਚ ਰਵਨੀਤ ਬਿੱਟੂ ਫਰਸਟ੍ਰੇਟ ਹੋ ਗਿਆ। ਉਹਨੇ ਇੱਕ ਪੰਜਾਬੀ ਦਾ ਸ਼ਬਦ ਵਰਤਿਆ ਸੁਖਬੀਰ ਬਾਦਲ ਨੇ, ਕਹਿੰਦੇ ਰਵਨੀਤ ਬਿੱਟੂ ਬੁਖਲਾ ਗਿਆ। ਅੱਜ ਲੋੜ ਸੀ ਕਿ ਇਕੱਠ ਦਾ ਪ੍ਰਗਟਾਵਾ ਕਰਕੇ ਕਿਸਾਨਾਂ ਦੇ ਮਸਲੇ ਹੱਲ ਕਰਾਏ ਜਾਣ, ਪਰ ਉਲਟਾ ਆਪਣੇ ਐਮਪੀ ਦੇ ਖਿਲਾਫ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰ ਰਿਹਾ, ਇਸ ਤਰੀਕੇ ਦਾ ਬਿਹੇਵੀਅਰ ਕਰਨਾ ਇਹਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਸ਼ਰਮਸਾਰ ਕੀਤਾ। ਤੇ ਤੁਸੀਂ ਮੰਤਰੀ ਸੀ, ਉਸੇ ਮੰਤਰੀ ਮੰਡਲ ਦੇ ਵਿੱਚ ਸੀ ਜਿਹਨੇ ਪਾਸ ਕੀਤਾ, ਤੁਸੀਂ ਕਿਵੇਂ ਕਹਿ ਸਕਦੇ, ਕਿਵੇਂ ਮੁੱਕਰ ਸਕਦੇ ਹੋ? ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਵਰ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕੇਂਦਰ ਦੀ ਸਿਆਸਤ ਦੇ ਉੱਤੇ ਸ਼ੁਰੂ ਕਰਾਂਗੇ। ਕੇਂਦਰ ਦੀ ਸਿਆਸਤ ਦੇ ਵਿੱਚੋਂ ਪੰਜਾਬ ਦੀ ਸਿਆਸਤ ਦਾ ਰੰਗ ਵੇਖਣਾ ਸ਼ੁਰੂ ਹੋ ਚੁੱਕਿਆ ਹੈ। ਕੱਲ ਦਿੱਲੀ ਦੇ ਵਿੱਚ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਰਵਨੀਤ ਬਿੱਟੂ ਅਤੇ ਹਰਸਿਮਰਤ ਕੌਰ ਬਾਦਲ ਆਪਸ ਦੇ ਵਿੱਚ ਮਿਹਣੋ ਮਿਹਣੀ ਹੋਏ ਨੇ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਨਿਸ਼ਾਨਾ ਬਿੱਟੂ ਦੇ ਉੱਤੇ ਆ ਗਿਆ ਤੇ ਬਿੱਟੂ ਦੇ ਅੰਦਰਲੀ ਗੱਲ ਉਹਨਾਂ ਨੇ ਖੋਲ੍ਹ ਕੇ ਰੱਖ ਦਿੱਤੀ, ਕਾਂਗਰਸ ਦੇ ਵਿੱਚ ਕੀ ਕੁਝ ਹੋਇਆ ਸੀ। ਇਸ ਦੇ ਉੱਤੇ ਚਰਚਾ ਵਿਸਥਾਰ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਉਧਰ ਨਵਜੋਤ ਸਿੰਘ ਸਿੱਧੂ ਮਦਨ ਲਾਲ ਜਲਾਲਪੁਰਾ ਦੇ ਘਰ ਪਹੁੰਚਦੇ ਨੇ ਤੇ ਉੱਥੇ ਜਾ ਕੇ SYL ਵਰਗੇ ਫੈਸਲੇ ਦੀ ਉਮੀਦ ਕੈਪਟਨ ਅਮਰਿੰਦਰ ਸਿੰਘ ਤੋਂ ਫਿਰ ਜਤਾ ਦਿੰਦੇ ਨੇ। ਉਸ ਦੇ ਉੱਤੇ ਵੀ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੁਮੇਧ ਸਿੰਘ ਸੈਣੀ ਦੀ ਆਖਰਕਾਰ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ, ਇਸ ਦੇ ਪਿੱਛੇ ਕੀ ਸਿਆਸੀ ਜਾਂ ਕਾਨੂੰਨੀ ਦਾਅਪੇਚ ਸੁਮੇਧ ਸਿੰਘ ਸੈਣੀ ਦੇ ਕੋਲ ਨੇ, ਇਸ ਦੇ ਉੱਤੇ ਵੀ ਚਰਚਾ ਜਿਹੜੀ ਵਿਸਥਾਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਕਰਾਂਗੇ। ਰਕਾਬਗੰਜ ਸਾਹਿਬ ਦੇ ਵਿੱਚ ਕਿਸਾਨ ਆਗੂਆਂ ਦੀ ਬੈਠਕ ਹੋਈ ਹੈ, ਉਸ ਦੇ ਉੱਤੇ ਵੀ ਚਰਚਾ ਪ੍ਰੋਗਰਾਮ ਦੇ ਅਖੀਰਲੇ ਪੜਾਅ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜੋ ਕੁਝ ਕੱਲ ਵੇਖਣ ਨੂੰ ਮਿਲਿਆ, ਜਿਸ ਤਰ੍ਹਾਂ ਮਿਹਣੋ ਮਿਹਣੀ ਹੋਏ ਨੇ ਇੱਕ ਦੂਜੇ ਦੇ ਸਾਹਮਣੇ ਖੜ ਕੇ ਮੀਡੀਆ ਦੇ ਸਾਹਮਣੇ, ਹਰਸਿਮਰਤ ਕੌਰ ਬਾਦਲ ਤੇ ਰਵਨੀਤ ਬਿੱਟੂ, ਇਹਨਾਂ ਮਿਹਣਿਆਂ ਨੂੰ ਕਿੱਦਾਂ ਵੇਖ ਰਹੇ ਹੋ? ਇਹ ਦੇਖੋ, ਇਹ ਪੋਲੀਟੀਕਲ ਜਿਹੜੇ ਲੀਡਰ ਨੇ ਇਹਨਾਂ ਦੇ ਵਿੱਚ ਅਕਸਰ ਆਪਾਂ ਤਕਰਾਰ ਦੇਖਦੇ ਹਾਂ, ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ। ਅਸਲ ਦੇ ਵਿੱਚ ਕਿਸਾਨ ਮੁੱਦੇ ਦੇ ਉੱਤੇ ਪੋਲੀਟੀਕਲ ਪਾਰਟੀਆਂ ਦੀ ਕੋਸ਼ਿਸ਼ ਹੈ ਵੀ ਅਸੀਂ ਕਿਸਾਨਾਂ ਨੂੰ ਦੱਸ ਦਈਏ ਵੀ ਸਾਡੇ ਨਾਲੋਂ ਵੱਧ ਕਿਸਾਨਾਂ ਦਾ ਹਮਾਇਤੀ ਕੋਈ ਨਹੀਂ, ਔਰ ਅਗਰ ਇਹ ਕਿਸਾਨਾਂ ਦੇ ਹਮਾਇਤੀ ਬਣਨਾ ਚਾਹੁੰਦੇ ਨੇ ਤੇ ਅਸਤੀਫਾ ਦੇ ਦੇਣ, ਬਿੱਟੂ ਵੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ। ਕਿਉਂਕਿ ਜਦੋਂ ਕੈਬਨਿਟ 'ਚ ਪ੍ਰਸਤਾਵ ਆਇਆ ਸੀ ਉਦੋਂ ਮੰਤਰੀ ਮੰਡਲ ਦਾ ਹਿੱਸਾ ਸੀ ਬੀਬੀ, ਜਦੋਂ ਇਹ ਆਰਡੀਨੈਂਸ ਆਇਆ ਉਦੋਂ ਵੀ ਮੰਤਰੀ ਮੰਡਲ ਦਾ ਹਿੱਸਾ ਸੀ, ਕਿਉਂਕਿ ਪਹਿਲਾਂ ਆਰਡੀਨੈਂਸ ਆਇਆ ਸੀ ਖੇਤੀ ਕਾਨੂੰਨਾਂ ਤੇ, ਫਿਰ ਇਹ ਕਾਨੂੰਨ ਜਦੋਂ ਪਾਸ ਹੋਏ ਉਦੋਂ ਵੀ ਮੰਤਰੀ ਮੰਡਲ ਦਾ ਹਿੱਸਾ ਸੀ ਬੀਬੀ ਹਰਸਿਮਰਤ ਕੌਰ ਬਾਦਲ। ਇਹ ਤਾਂ ਗੱਲ ਪੱਥਰ ਤੇ ਲਕੀਰ ਹੈ ਨਾ, ਇਹ ਤਾਂ ਬਦਲੀ ਨਹੀਂ ਜਾ ਸਕਦੀ ਕਿ ਹਰਸਿਮਰਤ ਕੌਰ ਬਾਦਲ ਔਰ ਅਕਾਲੀ ਦਲ ਸ਼ੁਰੂ 'ਚ ਕਹਿੰਦਾ ਰਿਹਾ ਕਿ ਇਹਨਾਂ ਦਾ ਫਾਇਦਾ ਹੈ। ਇਹ ਤਾਂ ਵੱਡੇ ਬਾਦਲ ਸਾਹਿਬ ਦੀ ਕਹਿੰਦੇ ਉਦੋਂ ਬਿਆਨ ਵੀ ਆ ਗਿਆ ਸੀ ਵੀ ਇਹਨਾਂ ਦਾ ਫਾਇਦਾ ਭਾਈ ਸਮਝੋ, ਪਰ ਬਾਅਦ ਦੇ ਵਿੱਚ ਜਦੋਂ ਲੱਗਿਆ ਵੀ ਕਿਸਾਨ ਨਹੀਂ ਸਮਝ ਰਹੇ ਤੇ ਸਾਡਾ ਵੋਟ ਬੈਂਕ ਹਿੱਲ ਰਿਹਾ ਤੇ ਅਕਾਲੀ ਦਲ ਦੇ ਵਰਕਰ ਅੰਦਰੋਂ ਕਹਿਣ ਲੱਗੇ ਸੀ ਵੀ ਸੁਖਬੀਰ ਜੀ ਅਗਰ ਆਪਾਂ ਅਸਤੀਫਾ ਨਾ ਦਿੱਤਾ ਤੇ ਇਹ ਨਾ ਹੋਵੇਗੀ। ਹੁਣ 2022 'ਚ ਤਾਂ ਸਾਨੂੰ ਆਮ ਆਦਮੀ ਪਾਰਟੀ ਨੇ ਹਰਾਇਆ, 2017 'ਚ ਕਿਤੇ 2022 'ਚ ਸਾਨੂੰ ਕਿਸਾਨ ਨਾ ਹਰਾ ਦੇਣ। ਫਿਰ ਅਸਤੀਫਾ ਅਕਾਲੀ ਦਲ ਵੱਲੋਂ ਦਵਾਇਆ ਗਿਆ ਹਰਸਿਮਰਤ ਕੌਰ ਬਾਦਲ ਦਾ, ਔਰ ਉਸ ਅਸਤੀਫੇ ਨੂੰ ਕਦੀ ਵੀ ਕਿਸਾਨ ਜਥੇਬੰਦੀਆਂ ਨੇ ਸ਼ਹਾਦਤ ਵਜੋਂ ਪ੍ਰਵਾਨ ਨਹੀਂ ਕੀਤਾ। ਹੁਣ ਗੱਲ ਜਿਹੜੀ ਅਸਲ ਹੈ ਕਿ ਹਰਸਿਮਰਤ ਕੌਰ ਬਾਦਲ ਹੋਣ, ਅਕਾਲੀ ਦਲ ਦੇ ਲੀਡਰ ਹੋਣ, ਲਗਾਤਾਰ ਪ੍ਰੋਟੈਸਟ ਕਰਦੇ ਨੇ, ਹੱਥ 'ਚ ਤਖਤੀਆਂ ਫੜ ਕੇ ਖੜ ਜਾਂਦੇ ਨੇ ਪਾਰਲੀਮੈਂਟ ਦੇ ਬਾਹਰ ਕਿਸਾਨ ਅੰਦੋਲਨਾਂ ਦੇ ਖਿਲਾਫ। ਰਵਨੀਤ ਬਿੱਟੂ ਹੋਣੀ ਵੀ ਆਈ ਕਰਦੇ ਨੇ, ਜੰਤਰ ਮੰਤਰ ਤੇ ਪੱਕਾ ਕਾਂਗਰਸੀਆਂ ਦਾ ਧਰਨਾ ਹੈ, ਪਰ ਉੱਥੇ ਕਿਤੇ ਖਾਸ ਮੌਕੇ ਹੀ ਗੇੜਾ ਲਾਉਂਦੇ ਨੇ।
ਜਾਂ ਤਾਂ ਤੁਸੀਂ ਮੈਨੂੰ ਦੱਸੋ ਹਰ ਰੋਜ਼ ਕਿੰਨੇ MP ਉੱਥੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਿਨ ਨਾਗਾ ਬੈਠੇ ਹੁਣ ਨਹੀਂ ਬੈਠੇ, ਵਿੱਚੋਂ ਦੀ ਘਰਾਂ ਨੂੰ ਚਲੇ ਜਾਂਦੇ ਨੇ। ਇਸ ਕਰਕੇ ਠੀਕ ਹੈ ਉੱਥੇ ਵਲੰਟੀਅਰ ਬੈਠੇ ਰਹਿੰਦੇ ਨੇ ਕਾਂਗਰਸ ਦੇ, ਪਰ ਉਹ ਕੋਈ ਧਰਨਾ ਨਹੀਂ ਹੋਇਆ ਪੱਕਾ। ਚਲੋ ਫਿਰ ਵੀ ਮੰਨ ਲੈਂਦੇ ਆ ਵੀ ਕਿਸਾਨਾਂ ਦੇ ਹੱਕ 'ਚ ਮਾੜੀ ਮੋਟੀ ਤਾਂ ਚਲੋ ਆਵਾਜ਼ ਬੁਲੰਦ ਕੀਤੀ ਹੈ, ਪਰ ਹੁਣ ਜਿਹੜੀ ਕੱਲ੍ਹ ਗੱਲ ਹੋਈ ਹੈ ਗਗਨ, ਕੱਲ੍ਹ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਗੇਟ ਤੇ ਖੜੇ ਹੋਏ ਸੀ, ਪ੍ਰੋਟੈਸਟ ਕਰ ਰਹੇ ਸੀ, ਪੱਤਰਕਾਰ TV ਅਖਬਾਰਾਂ ਵਾਲੇ ਵੀ ਉੱਥੇ ਸੀ, ਉਹਨਾਂ ਦੀ ਵੀ ਡਿਊਟੀ ਹੈ। ਉਧਰੋਂ ਜਦੋਂ ਰਵਨੀਤ ਬਿੱਟੂ ਆਪਣੀ ਕਾਰ 'ਚ ਆਇਆ ਉਹਨੇ ਦੇਖਿਆ ਵੀ ਹਰਸਿਮਰਤ ਕੌਰ ਬਾਦਲ ਉੱਥੇ ਨੇ, ਤੇ ਉਦੋਂ ਰਵਨੀਤ ਬਿੱਟੂ ਵੀ ਕਹਿਣ ਲੱਗ ਗਿਆ TV ਵਾਲਿਆਂ ਨੂੰ, ਕੈਮਰੇ ਵਾਲਿਆਂ ਨੂੰ ਦੇਖ ਕੇ ਵੀ ਇਹਨਾਂ ਨੇ ਹੀ ਪਾਸ ਕਰਾਏ ਸੀ, ਵੀ ਇਹ ਹੁਣ ਕਾਹਦਾ ਵਿਰੋਧ ਕਰੀ ਜਾਂਦੇ ਨੇ। ਉੱਥੇ ਹੀ ਗੱਲ ਵੱਧ ਗਈ ਇਹਨਾਂ ਦੀ ਆਪਸ 'ਚ, ਕਾਫੀ ਜ਼ਿਆਦਾ ਇੱਕ ਦੂਜੇ ਨੂੰ ਜਿਹੜੀ ਹੈ ਉਹ ਬਹਿਸ ਵਸਈਆ ਹੋਇਆ। ਇਹ ਸ਼ੁਕਰ ਹੈ ਰੱਬ ਦਾ ਕਿ ਗਾਲੋ ਗਾਲੀ ਨਹੀਂ ਹੋਏ, ਜੇ ਕਿਤੇ ਉੱਥੇ ਗਾਲ ਗੂਲ ਕੱਢ ਦਿੰਦੇ ਤੇ ਪੰਗਾ ਜ਼ਿਆਦਾ ਵੱਧ ਜਾਣਾ ਸੀ ਗਗਨ। ਹੁਣ ਫਿਰ ਕੱਲ੍ਹ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਤੀ, ਅਕਾਲੀਆਂ ਨੇ ਬੜਾ ਗੁੱਸਾ ਕੀਤਾ ਇਸ ਗੱਲ ਦਾ, ਜਿਸ ਤਰ੍ਹਾਂ ਨਾਲ ਰਵਨੀਤ ਬਿੱਟੂ ਦਾ ਕਹਿੰਦੇ ਵਿਹਾਰ ਸੀ, ਅਕਾਲੀ ਕਹਿੰਦੇ ਉਹ ਚੰਗਾ ਨਹੀਂ ਲੱਗਦਾ, ਵੀ ਪੰਜਾਬੀਆਂ ਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਸੀ ਪਾਰਲੀਮੈਂਟ ਦੇ ਵਿੱਚ। ਹੁਣ ਜਿਹੜੀ ਸੁਖਬੀਰ ਬਾਦਲ ਨੇ ਇੱਕ ਨਵੀਂ ਗੱਲ ਕਰਤੀ, ਇੱਕ ਵੱਡਾ ਖੁਲਾਸਾ ਕਰਤਾ। ਹੁਣ ਸੁਖਬੀਰ ਬਾਦਲ ਕਹਿੰਦਾ ਵੀ ਅਸਲ 'ਚ ਰਵਨੀਤ ਬਿੱਟੂ ਫਰਸਟ੍ਰੇਟ ਹੋ ਗਿਆ। ਉਹਨੇ ਇੱਕ ਪੰਜਾਬੀ ਦਾ ਸ਼ਬਦ ਵਰਤਿਆ ਸੁਖਬੀਰ ਬਾਦਲ ਨੇ, ਕਹਿੰਦੇ ਰਵਨੀਤ ਬਿੱਟੂ ਬੁਖਲਾ ਗਿਆ। ਹੁਣ ਰਵਨੀਤ ਬਿੱਟੂ ਪਤਾ ਨਹੀਂ ਕੀ ਜਵਾਬ ਦਊਗਾ ਸੁਖਬੀਰ ਬਾਦਲ ਨੂੰ। ਰਵਨੀਤ ਬਿੱਟੂ ਸੁਖਬੀਰ ਕਹਿੰਦਾ ਬੁਖਲਾ ਗਿਆ, ਅਸਲ 'ਚ ਸੁਖਬੀਰ ਨੇ ਦੱਸਿਆ, ਪਤਾ ਨਹੀਂ ਸੁਖਬੀਰ ਨੂੰ ਕਿਹਨੇ ਦੱਸਤਾ, ਕੋਈ ਸੂਤਰ ਹੋਣੇ ਸੁਖਬੀਰ ਦੇ ਵੀ ਤਕੜੇ ਗਗਨ। ਸੁਖਬੀਰ ਕਹਿੰਦਾ ਵੀ ਰਵਨੀਤ ਬਿੱਟੂ ਕਾਂਗਰਸ ਦਾ ਫੇਸ ਬਣਨਾ ਚਾਹੁੰਦਾ ਸੀ। ਤੁਹਾਨੂੰ ਲੱਗਦਾ ਵੀ ਰਵਨੀਤ ਬਿੱਟੂ ਕਾਂਗਰਸ ਦਾ ਫੇਸ ਬਣਨਾ ਚਾਹੁੰਦਾ ਸੀ? ਚਰਚਾਵਾਂ ਵੱਖੋ ਵੱਖਰੀਆਂ ਨੇ, ਵੱਖੋ ਵੱਖਰੀਆਂ ਚ। ਵੈਸੇ ਉਹ ਜਦੋਂ ਕੈਪਟਨ ਅਮਰਿੰਦਰ ਕਪੂਰਥਲਾ ਹਾਊਸ ਗਿਆ ਸੀ, ਰਵਨੀਤ ਬਿੱਟੂ ਵੀ ਉੱਥੇ ਮਿਲਦਾ ਰਿਹਾ। ਹੈਰਾਨ ਮੈਂ ਵੀ ਹੋਇਆ ਸੀ ਕਿ ਥੋੜੇ ਕੁ ਦਿਨ ਪਹਿਲਾਂ ਰਵਨੀਤ ਬਿੱਟੂ ਗ੍ਰਹਿ ਮੰਤਰੀ ਨੂੰ ਬਦਲਣ ਦੀ ਮੰਗ ਕਰ ਰਿਹਾ ਸੀ ਸੰਕੇਤਾਂ 'ਚ, ਤੇ ਬਾਅਦ 'ਚ ਥੋੜੇ ਦਿਨ ਬਾਅਦ 2-3 ਦਿਨਾਂ ਬਾਅਦ ਉਹ ਸਿੱਧੂ ਦੇ ਖਿਲਾਫ ਹੋ ਗਿਆ ਵੀ ਇਹ ਕਿਵੇਂ ਬਣ ਜੂ, ਆਪਾਂ ਦੇਖਦੇ ਹਾਂ, ਜੇ ਬਣ ਗਿਆ ਫਿਰ ਦੇਖਦੇ ਹਾਂ ਕੀ ਕਰਨਾ ਹੈ। ਪਰ ਹੁਣ ਤਾਂ ਸਿੱਧੂ ਨੂੰ ਪ੍ਰਧਾਨ ਬਣੇ ਨੂੰ 18 ਜੁਲਾਈ ਦਾ ਬਣਿਆ, ਆ ਕੁਛ ਕੀਤਾ ਨਹੀਂ ਵਿਰੋਧੀਆਂ ਨੇ, ਨਾ ਰਵਨੀਤ ਬਿੱਟੂ ਜਾਂ ਦੂਸਰੇ, ਜਾਂ ਮੰਨ ਗਏ ਹੁਣੇ, ਮੰਨ ਗਏ ਸਿੱਧੂ ਨੂੰ, ਇਹ ਵੀ ਮੈਨੂੰ ਲੱਗਦਾ ਹੈ ਕਿਉਂਕਿ ਹਾਈ ਕਮਾਂਡ ਦਾ ਫੈਸਲਾ ਹੈ ਨਾ। ਪਰ ਸੁਖਬੀਰ ਕਹਿੰਦਾ ਕਿ ਰਵਨੀਤ ਬਿੱਟੂ ਫੇਸ ਬਣਨਾ ਚਾਹੁੰਦਾ ਸੀ ਤੇ ਫੇਸ ਬਣਿਆ ਨਹੀਂ, ਇਸ ਕਰਕੇ ਫਰਸਟ੍ਰੇਟ ਹੈ, ਬੁਖਲਾ ਗਿਆ ਰਵਨੀਤ ਬਿੱਟੂ ਕਹਿੰਦੇ। ਹੁਣ ਦੇਖੋ ਇਹ ਲੀਡਰ ਇੱਕ ਦੂਜੇ ਨੂੰ ਇਹੋ ਜਿਹੇ ਸ਼ਬਦ ਵਰਤਦੇ ਆ, ਭਾਈ ਮੈਂ ਤਾਂ ਵਰਤਦਾ ਨਹੀਂ ਕਿਸੇ ਨੂੰ, ਮੈਂ ਤਾਂ ਨਹੀਂ ਕਿਸੇ ਨੂੰ ਕਹਿੰਦਾ ਵੀ ਉਹ ਬੁਖਲਾ ਗਿਆ। ਹਰੇਕ ਦੀ ਆਪਣੀ ਇੱਕ ਸਟੇਟ ਆਫ ਮਾਈਂਡ ਹੁੰਦਾ, ਨਜ਼ਰੀਆ ਸੋਚ ਵਿਚਾਰ ਦਾ ਆਪਣਾ ਹੁੰਦਾ ਹਰੇਕ ਦਾ। ਪਰ ਇਹ ਲੀਡਰ ਕਹੀ ਜਾਂਦੇ। ਇੱਕ ਵੇਲਾ ਸੀ ਜਦੋਂ ਸੁਖਬੀਰ ਬਾਦਲ ਸੁਨੀਲ ਜਾਖੜ ਨੂੰ ਵੀ ਇੱਕ ਵਾਰੀ ਮੈਂ ਦੇਖਿਆ ਮੈਂਟਲ ਕਹਿ ਦਿੰਦਾ ਸੀ, ਤੇ ਸੁਨੀਲ ਜਾਖੜ ਸੁਖਬੀਰ ਬਾਦਲ ਨੂੰ ਇਨਸਾ ਕਹਿ ਦਿੰਦਾ ਸੀ। ਇੱਦਾਂ ਦੀਆਂ ਗੱਲਾਂ ਹੁੰਦੀਆਂ ਸੀ। ਸੁਖਬੀਰ ਸਿੱਧੂ ਨੂੰ ਕਿੰਨੀ ਵਾਰੀ ਮੈਂਟਲ ਕਹਿ ਦਿੰਦਾ ਸੀ, ਤੇ ਸਿੱਧੂ ਵੀ ਸੁਖਬੀਰ ਨੂੰ ਕਈ ਵਾਰੀ ਕੁਝ ਨਾ ਕੁਝ ਬੋਲ ਹੀ ਦਿੰਦਾ ਸੀ। ਮਜੀਠੀਏ ਨੂੰ ਤਾਂ ਉਹ ਸੂਪ ਵਾਲੀ ਗੱਲ ਕਹਿ ਦਿੰਦਾ ਸੀ ਸਿੱਧੂ। ਇਹ ਇੱਕ ਦੂਜੇ ਨੂੰ ਇੱਦਾਂ ਬੋਲਦੇ ਰਹਿੰਦੇ, ਤੇ ਮਜੀਠੀਆ ਸਿੱਧੂ ਨੂੰ ਮੁੰਨੀ ਮੁੰਨੀ ਕਰਦਾ ਸੀ। ਸੋ ਇਸ ਕਰਕੇ ਇਹਨਾਂ ਲੀਡਰਾਂ ਦੇ ਵਿੱਚ ਇਹੋ ਜਿਹੀ ਭਾਸ਼ਾ ਜਿਹੜੀ ਇੱਕ ਦੂਜੇ ਦੇ ਪ੍ਰਤੀ ਚੱਲਦੀ ਹੈ। ਪਰ ਅਸੀਂ ਤਾਂ ਇਹਨਾਂ ਦਾ ਸਾਰਿਆਂ ਦਾ ਹੀ ਸਤਿਕਾਰ ਕਰਦੇ ਹਾਂ, ਕਿਉਂਕਿ ਇਹ ਸਾਰੇ ਬੜੇ ਚੰਗੇ ਅਹੁਦਿਆਂ 'ਤੇ ਨੇ। ਬਾਕੀ ਇਹਨਾਂ ਦੀ ਮਰਜ਼ੀ ਹੈ, ਜਿਹੇ ਜਿਹੇ ਮਰਜ਼ੀ ਸ਼ਬਦ ਇੱਕ ਦੂਜੇ ਦੇ ਬਾਰੇ ਵਰਤਣ। ਪਰ ਇੱਕ ਗੱਲ ਜ਼ਰੂਰ ਸਾਫ਼ ਹੈ ਕਿ ਹਰਸਿਮਰਤ ਕੌਰ ਬਾਦਲ ਉਸ ਮੰਤਰੀ ਮੰਡਲ ਦਾ, ਕੈਬਨਿਟ ਦਾ ਹਿੱਸਾ ਸੀ ਜਿੱਥੇ ਖੇਤੀ ਕਾਨੂੰਨਾਂ ਦੀ ਗੱਲ ਚੱਲਦੀ ਸੀ। ਜੇ ਉਦੋਂ ਬੀਬੀ ਹਰਸਿਮਰਤ ਕੌਰ ਬਾਦਲ ਕਿਤੇ ਅਸਤੀਫਾ ਦੇ ਦਿੰਦੀ, ਸ਼ਾਇਦ ਐਡਾ ਵਿਰੋਧ ਹੋ ਜਾਂਦਾ, ਸਮਰਥਨ ਮਿਲ ਜਾਂਦਾ, BJP ਪਾਰਲੀਮੈਂਟ 'ਚੋਂ ਕਾਨੂੰਨ ਸ਼ਾਇਦ ਪਾਸ ਹੀ ਨਾ ਕਰ ਪਾਉਂਦੀ। ਕਿਉਂਕਿ ਇਹ ਵੀ ਗੱਲ ਹੋ ਸਕਦੀ ਸੀ। ਕਹਿੰਦੇ ਆ ਨਾ, ਜੇ ਕੋਈ ਚੋਰ ਆ ਜੇ, ਕੋਈ ਚੋਰ ਆ ਜੇ ਤੇ ਚੌਂਕੀਦਾਰ ਇਕੱਲੀ ਸੀਟੀ ਮਾਰਦੇ ਮਹੱਲਾ ਜਾਗ ਜਾਂਦਾ, ਤੇ ਜੇ ਚੋਰੀ ਹੋ ਜੇ ਉਹ ਤੋਂ ਬਾਅਦ ਚਾਹੇ ਪੁਲਿਸ ਆਈ ਫਿਰੇ, ਫਿਰ ਤਾਂ ਪਤਾ ਨਹੀਂ ਸਮਾਨ ਮੁੜ ਕੇ ਮਿਲਣਾ ਜਾਂ ਨਹੀਂ ਮਿਲਣਾ। ਹੁਣ ਉਹ ਵਾਪਰਿਆ ਸਾਡੇ ਨਾਲ। ਉਦੋਂ ਕਿਤੇ ਹਰਸਿਮਰਤ ਕੌਰ ਬਾਦਲ ਇਹ ਗੱਲ ਸਮਝ ਕੇ ਦੱਸ ਦਿੰਦੇ ਵੀ ਆਹ ਕੁਝ ਹੋਣ ਵਾਲਾ, ਅਸਤੀਫਾ ਦੇ ਦਿੰਦੀ ਬੀਬੀ ਹਰਸਿਮਰਤ ਕੌਰ ਬਾਦਲ। ਅੱਜ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਫਿਰ ਸ਼ਹਾਦਤ ਦੇ ਖਾਤੇ 'ਚ ਲਿਖਿਆ ਜਾਣਾ ਸੀ। ਮੈਂ ਫਿਰ ਹਰਸਿਮਰਤ ਕੌਰ ਬਾਦਲ ਨੂੰ ਅਸਤੀਫੇ ਨੂੰ ਸ਼ਹੀਦੀ ਮੰਨ ਲੈਣਾ ਸੀ, ਵੀ ਕੁਰਬਾਨੀ ਦੇਤੀ। ਫਿਰ ਕੁਰਬਾਨੀ ਵਾਲੀ ਗੱਲ ਬਣ ਜਾਣੀ ਸੀ। ਪਰ ਹੁਣ ਇੱਕ ਵਾਰੀ ਗੱਲ ਸੁਣ ਲਓ, ਸੁਖਬੀਰ ਬਾਦਲ ਨੇ ਵੀ ਬਿੱਟੂ ਤੇ ਭੜਾਸ ਕੱਢਤੀ। ਅਕਾਲੀ ਦਲ ਦੇ ਕਈ ਲੀਡਰਾਂ ਦੇ ਬਿਆਨ ਆ ਗਏ, ਚਰਨਜੀਤ ਬਰਾੜ ਦਾ ਆ ਗਿਆ, ਮਗਰੇ ਹੀ ਡਾਕਟਰ ਦਲਜੀਤ ਸਿੰਘ ਚੀਮਾ ਦਾ ਆ ਗਿਆ। ਇਹ ਸਾਰਿਆਂ ਦੀ ਗੱਲ ਸੁਣਾ ਦਿਓ ਇੱਕ ਵਾਰੀ। ਸਾਡਾ ਏਜੰਡਾ ਕਿਸਾਨੀ ਬਿੱਲ ਹੀ ਹੈ ਇਕੱਲਾ। ਰਾਹੁਲ ਗਾਂਧੀ ਦਾ ਏਜੰਡਾ ਕਈ ਏਜੰਡੇ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਆਹ ਸੰਸਦ 'ਚ ਆਪਾਂ ਇੱਕੋ ਇੱਕ ਏਜੰਡਾ ਰੱਖੀਏ,
ਤਾਈਓ ਤੁਸੀਂ ਦੇਖੋ ਬਿੱਟੂ ਘਬਰਾਉਂਦਾ ਹੈ। ਜੋ ਅਸੀਂ ਬਿੱਟੂ ਨੂੰ ਕਹਿੰਦੇ ਆ ਕਿ ਤੁਸੀਂ ਇਕੱਲਾ ਆਪਣਾ ਕਿਸਾਨੀ ਦਾ, ਪੰਜਾਬੀਆਂ ਦਾ ਜਿਹੜਾ ਕਿਸਾਨੀ ਦਾ, ਦੇਸ਼ ਦੇ ਕਿਸਾਨੀ ਦਾ ਏਜੰਡੇ ਦੇ ਇਕੱਲੇ ਰਹੋ, ਤਾਂ ਉਸ ਕਰਕੇ ਤੁਸੀਂ ਦੇਖਿਆ ਹੋਣਾ ਤਾਈਓ ਕਾਂਗਰਸ ਪਾਰਟੀ ਦੇ MP ਹੋਰ ਏਜੰਡਾ, ਕੱਲਾ ਸ਼੍ਰੋਮਣੀ ਅਕਾਲੀ ਦਲ ਦੇ PSP MP ਹੈ ਜਿਹੜਾ ਹਰ ਰੋਜ਼ ਜਦੋਂ ਦੇ ਸੰਸਦ ਦੇ ਲਈ ਇੱਕੋ ਹੀ ਏਜੰਡਾ ਲੈ ਕੇ ਅੰਦਰ ਤੇ ਬਾਹਰ ਇੱਕੋ ਹੀ ਏਜੰਡਾ ਸਾਡਾ। ਇਹ ਕਾਂਗਰਸ ਪਾਰਟੀ ਨੇ ਖੁਦ ਸਹਿਯੋਗ ਦੇ ਕੇ ਤੇ ਫਿਰ ਇਹ ਜਿਹੜਾ ਹੈਗਾ ਬਿੱਲ ਬਣਵਾਇਆ। ਔਰ ਮੈਂ ਸਮਝਦਾ ਕਿ ਅੰਦਰ ਮੋਦੀ ਦਾ ਜਾਂ ਮੋਦੀ ਦੇ ਬੰਦਿਆਂ ਨਾਲ ਲੜੇ ਤੇ ਜਾ ਕੇ ਲੜੇ। ਬਿੱਟੂ ਸਾਹਿਬ ਤੁਸੀਂ ਬਾਹਰ ਸਾਡੇ ਆ ਕੇ ਗੱਲ ਪੈਂਦੇ ਹੋ, ਤੁਹਾਨੂੰ ਬਾਹਰ ਖੜੇ ਸਾਡੇ ਤੇ ਜਿਹੜੇ BSP ਦੇ MP ਸਾਹਿਬਾਨ ਆ ਜਿਹੜੇ ਕਿ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹੋ, ਤੁਸੀਂ ਸਾਡੇ ਨਾਲ ਆ ਕੇ ਲੜ ਰਹੇ ਹੋ। ਤੁਸੀਂ ਕੀ ਛੱਡਿਆ, ਤੁਸੀਂ ਕੀ ਕੀਤਾ? ਤੁਸੀਂ ਤਿੰਨੋਂ ਕਾਨੂੰਨ ਪੰਜਾਬ 'ਚ ਲਾਗੂ ਕਰੀ ਬੈਠੇ ਹੋ। ਜਿਹੜੀ ਵਿਧਾਨ ਸਭਾ ਦੇ ਵਿੱਚ ਅਮੈਂਡਮੈਂਟ ਪਾਈ, ਤੇਰੀ ਪਾਰਟੀ ਦਾ ਪ੍ਰਧਾਨ ਸਿੱਧੂ ਖੁਦ ਕਹਿ ਰਿਹਾ ਕਿ ਰੱਦ ਕਰਨੇ ਬਣਦੇ ਸੀ, ਤੁਸੀਂ ਡਰਾਮੇ ਕਰਦੇ ਹੋ। ਇਸ ਕਰਕੇ ਇਹਨਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਸਿੱਧੂ ਸਾਹਿਬ, ਰਮਨੀਤ ਬਿੱਟੂ ਸਾਹਿਬ। ਜਿਸ ਤਰੀਕੇ ਅੱਜ ਕਾਂਗਰਸ ਦੇ MP ਸਰਦਾਰ ਰਵਨੀਤ ਸਿੰਘ ਬਿੱਟੂ ਨੇ ਬੀਬਾ ਹਰਸਿਮਰਤ ਕੌਰ ਜੀ ਬਾਦਲ ਜਿਹੜੇ ਕਿਸਾਨਾਂ ਦੇ ਹੱਕਾਂ ਵਾਸਤੇ ਪਾਰਲੀਮੈਂਟ ਦੇ ਬਾਹਰ ਸੰਘਰਸ਼ ਕਰ ਰਹੇ ਸੀ, ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ, ਉਹ ਬਹੁਤ ਹੀ ਮੰਦਭਾਗੀ ਹੈ। ਉਹਦੀ ਮੈਂ ਸਖਤ ਨਿਖੇਧੀ ਕਰਦਾ। ਔਰ ਇਸ ਗੱਲ ਤੋਂ ਸਾਬਤ ਹੋ ਗਿਆ ਕਿ ਕਾਂਗਰਸ ਦਾ ਜਿਹੜਾ ਅਸਲੀ ਚਿਹਰਾ ਉਹ ਲੋਕਾਂ ਸਾਹਮਣੇ ਆ ਗਿਆ। ਅੱਜ ਲੋੜ ਸੀ ਕਿ ਇਕੱਠ ਦਾ ਪ੍ਰਗਟਾਵਾ ਕਰਕੇ ਕਿਸਾਨਾਂ ਦੇ ਮਸਲੇ ਹੱਲ ਕਰਾਏ ਜਾਂਦੇ, ਪਰ ਉਲਟਾ ਆਪਣੇ MP ਦੇ ਖਿਲਾਫ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰ ਰਿਹਾ, ਇਸ ਤਰੀਕੇ ਦਾ ਬਿਹੇਵੀਅਰ ਕਰਨਾ ਇਹਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਸ਼ਰਮਸਾਰ ਕੀਤਾ। ਅੱਜ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਪੂਰੀ ਤਰ੍ਹਾਂ ਕਿਸਾਨਾਂ ਦੇ ਮਸਲਿਆਂ 'ਚ ਬੇਨਕਾਬ ਹੋ ਗਏ ਨੇ। ਜਿਸ ਕਾਲੇ ਕਾਨੂੰਨਾਂ ਜਦ ਪਾਰਲੀਮੈਂਟ 'ਚ ਆਏ, ਅੱਜ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਕਹਿੰਦੇ ਨੇ ਕਿ ਜਦ ਇਹ ਕਾਨੂੰਨ ਬਣੇ ਸੀਗੇ, ਸ਼੍ਰੋਮਣੀ ਅਕਾਲੀ ਦਲ ਉਸ ਕੈਬਨਿਟ ਦਾ ਹਿੱਸਾ ਸੀਗੀ। ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੁੰਦੀ ਕਿ ਕੋਈ ਕਾਨੂੰਨ ਕੈਬਨਿਟ 'ਚ ਨਹੀਂ ਬਣਦੀ, ਕਾਨੂੰਨ ਬਣਦੇ ਨੇ ਪਾਰਲੀਮੈਂਟ 'ਚ। ਜੇ ਕੈਬਨਿਟ 'ਚ ਕਾਨੂੰਨ ਬਣਦੇ ਹੁੰਦੇ ਤਾਂ ਫਿਰ ਪਾਰਲੀਮੈਂਟ ਦੀ ਲੋੜ ਹੀ ਨਹੀਂ ਪੈਂਦੀ। ਜਿਸ ਦਿਨ ਇਹ ਕਾਨੂੰਨ ਪਾਰਲੀਮੈਂਟ 'ਚ ਕਾਨੂੰਨ ਬਣਨ ਵਾਸਤੇ ਆਏ, ਉਸ ਦਿਨ ਨਾ ਰਾਹੁਲ ਗਾਂਧੀ ਨਾ ਸੋਨੀਆ ਗਾਂਧੀ ਦੋਨੋਂ ਵਿੱਚੋਂ ਕੋਈ ਪਾਰਲੀਮੈਂਟ ਦੇ ਉਸ ਸੱਤਰ 'ਚ ਹਾਜ਼ਰ ਨਹੀਂ ਸੀਗੇ। ਤੇ ਪੂਰੀ ਕਾਂਗਰਸ ਪਾਰਟੀ ਜਿਹੜੀ ਲੋਕ ਸਭਾ 'ਚ ਸਭ ਤੋਂ ਵੱਡੀ ਪਾਰਟੀ ਹੈ, 52 ਇਹਨਾਂ ਦੇ ਮੈਂਬਰ ਨੇ। ਇਹ ਸਾਂਸਦ ਪੂਰੇ ਪੰਜਾਬ ਦੇ ਸਾਰੇ MP ਸਮੇਤ 52 ਮੈਂਬਰਾਂ ਨੇ ਸਾਰਿਆਂ ਨੇ ਵਾਕਆਊਟ ਕਰਕੇ ਇਹ ਕਾਨੂੰਨ ਨੂੰ ਪਾਸ ਕਰਨ ਵਾਸਤੇ, ਆਮ ਆਦਮੀ ਸਮੇਤ ਮੈਂਬਰ ਸਾਰਿਆਂ ਨੇ ਵਾਕਆਊਟ ਕਰਕੇ ਕਾਨੂੰਨ ਨੂੰ ਪਾਸ ਹੋਣ ਵਾਸਤੇ ਇੱਕ ਤਰ੍ਹਾਂ ਸਰਕਾਰ ਦੀ ਮਦਦ ਕੀਤੀ। ਭਾਰਤ ਦੀ ਪਾਰਲੀਮੈਂਟ ਦੇ ਸਾਹਮਣੇ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਤੇ MP ਰਵਨੀਤ ਸਿੰਘ ਬਿੱਟੂ ਹੋਰਾਂ ਦੀ ਜਿਹੜੀ ਨੂਰਾ ਕੁਸ਼ਤੀ ਆ, ਉਹਨੇ ਇੱਕ ਗੱਲ ਤਾਂ ਕਲੀਅਰ ਕਰਤੀ ਕਿ ਇਹ ਦੋਨੇ ਪਾਰਟੀਆਂ, ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਨੂੰ ਉਹੀ 1947 ਵੇਲੇ ਦੇ ਭੋਲੇ ਭਾਲੇ ਲੋਕ ਸਮਝਦੇ ਆ ਵੀ ਜਿਵੇਂ ਗੱਲ ਅਸੀਂ ਦਿਖਾਵਾਂਗੇ ਜਾਂ ਜਿਵੇਂ ਮੀਡੀਆ ਦੇਖੂਗਾ ਉਸੇ ਤਰੀਕੇ ਦੇ ਨਾਲ ਮੰਨ ਲੈਣਗੇ। ਬੀਬਾ ਜੀ ਬੜੇ ਹੀ ਮਤਲਬ ਮੈਂ ਇਹ ਕਹਿਣਾ ਨਹੀਂ ਚਾਹੁੰਦਾ, ਬੇਸ਼ਰਮ ਤਰੀਕੇ ਦੇ ਨਾਲ ਇਹ ਕਹਿ ਰਹੇ ਸੀ ਕਿ ਮੈਂ ਹੈ ਨਹੀਂ ਸੀ ਜਦੋਂ ਆਪਣੇ ਇਹ 3 ਕਾਲੇ ਕਾਨੂੰਨ ਬਣਾਏ ਗਏ। ਬੀਬਾ ਜੀ ਸਾਰਾ ਪੰਜਾਬ ਜਾਣਦਾ ਕਿ ਤੁਸੀਂ ਮੰਤਰੀ ਸੀ, ਉਸੇ ਮੰਤਰੀ ਮੰਡਲ ਦੇ ਵਿੱਚ ਸੀ ਜਿਹਨੇ ਇਹ ਪਾਸ ਕੀਤਾ। ਤੁਸੀਂ ਕਿਵੇਂ ਕਹਿ ਸਕਦੇ, ਕਿਵੇਂ ਮੁੱਕਰ ਸਕਦੇ ਹੋ? ਸੋਢਲਾ ਸਾਹਿਬ, ਹੁਣ ਉਧਰ ਦੂਜੇ ਪਾਸੇ ਸਿੱਧੂ ਹੁਣਾਂ ਵੱਲ ਵਧੀਏ। ਨਵਜੋਤ ਸਿੰਘ ਸਿੱਧੂ ਜਦੋਂ ਤੋਂ ਪ੍ਰਧਾਨ ਬਣੇ ਨੇ, ਕਦੇ ਕਿਸੇ ਦੇ ਘਰ ਕਦੇ ਕਿਸੇ ਦੇ ਘਰ, ਤੇ ਕੱਲ ਮਦਨ ਲਾਲ ਜਲਾਲਪੁਰ ਹੁਣ ਦੇ ਘਰ ਵੀ ਗਏ। ਉਹਨਾਂ ਦੇ ਨਾਲ ਮੰਤਰੀ ਸਾਹਿਬ ਵੀ ਸੀ 2 ਤੇ ਨਾਲ ਵਿਧਾਇਕ ਵੀ ਉਹਨਾਂ ਦੇ ਵਿੱਚ ਮੌਜੂਦ ਸੀ। ਇਸ ਦੌਰਾਨ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ, ਉਹ ਕਹਿੰਦੇ ਕਿ SYL ਵਰਗਾ ਫੈਸਲਾ ਲੈਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ, ਜਿਸ ਵਕਤ ਉਸ ਵਕਤ ਇੱਕੋ ਦਮ ਫੈਸਲਾ ਲਿਆ ਸੀ ਖੇਤੀ ਕਾਨੂੰਨਾਂ ਨੂੰ ਹੁਣ ਧੁਰ ਤੋਂ ਰੱਦ ਕਰਨਾ ਚਾਹੀਦਾ। ਪਹਿਲਾਂ ਇਹਨਾਂ ਕਾਨੂੰਨਾਂ ਨੂੰ ਇੱਕ ਤਰੀਕੇ ਨਾਲ ਕਹਿੰਦੀ ਕਿ ਲੰਗੜੇ ਕੀਤਾ ਗਿਆ ਪ੍ਰਸਤਾਵ ਪਾਸ ਕਰਕੇ ਪੰਜਾਬ ਦੀ ਵਿਧਾਨ ਸਭਾ 'ਚ ਇਹਨਾਂ ਨੂੰ ਸੋਧਾਂ ਕਰਨ ਦੇ ਵਿੱਚ, ਤੇ ਹੁਣ ਧੁਰ ਤੋਂ ਰੱਦ ਕਰ ਦੇਣੇ ਚਾਹੀਦੇ ਨੇ। ਕਹਿੰਦੇ ਅਜਿਹਾ ਫੈਸਲਾ ਦੇਖੋ, ਇਹ ਗੱਲ ਮਦਨ ਜਲਾਲਪੁਰਾ ਦੇ ਘਰੇ ਸਵੇਰੇ ਪਹੁੰਚ ਗਿਆ ਨਵਜੋਤ ਸਿੰਘ ਸਿੱਧੂ, ਤੇ ਨਾਲ ਉਹਦੇ ਸੁਖਜਿੰਦਰ ਰੰਧਾਵਾ ਸੀ, ਚਰਨਜੀਤ ਚੰਨੀ ਵੀ ਸੀ। ਇਹ ਸਾਰੇ ਲੋਕ, ਹੁਣ ਮੈਨੂੰ ਗਗਨ ਜਿਹੜੀ ਗੱਲ ਪਤਾ ਲੱਗੀ ਹੈ ਵੀ ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪਟਿਆਲੇ ਦੇ ਜਿਹੜੇ MLA ਆ ਉਹਨਾਂ ਦੇ ਵਿੱਚ ਇੱਕ ਬੇਚੈਨੀ ਹੈ ਵੀ ਕਿਤੇ ਸਿੱਧੂ ਪਟਿਆਲੇ ਉਹਨਾਂ ਚੋਣ ਲੜ ਪਏ। ਇਹ ਬੇਚੈਨੀ ਹੈ ਪਟਿਆਲੇ ਦੇ ਵਿਧਾਇਕਾਂ ਦੇ ਵਿੱਚ, ਤੇ ਮਦਨ ਲਾਲ ਜਲਾਲਪੁਰਾ ਦੇ ਮਨ 'ਚ ਵੀ ਕਹਿੰਦੇ ਬੇਚੈਨੀ ਸੀ ਵੀ ਕਿਤੇ ਸਿੱਧੂ ਇੱਥੇ ਹੀ ਨਾ ਆ ਜੇ। ਕਈ ਹੋਰ ਵਿਧਾਇਕਾਂ ਨੂੰ ਵੀ ਬੇਚੈਨੀ ਹੈ ਕਿਉਂਕਿ ਸਿੱਧੂ ਦੀ ਧਰਮ ਪਤਨੀ ਵੀ ਉੱਥੇ ਸਰਗਰਮ ਹੈ ਬਹੁਤ ਜ਼ਿਆਦਾ, ਤੇ ਉੱਥੇ ਕੈਪਟਨ ਅਮਰਿੰਦਰ ਦੇ ਕੁਝ ਖਾਸ ਲੋਕ ਨੇ ਉਹ ਵੀ ਤਿਆਰੀ ਕਰ ਰਹੇ ਨੇ ਵੀ ਅਸੀਂ ਆਪਣੇ
ਪੁੱਤ ਬੱਚਿਆਂ ਨੂੰ ਟਿਕਟਾਂ ਦਵਾ ਲਈਏ, ਕਿਉਂਕਿ ਕਾਂਗਰਸ ਇੱਕ ਪਰੰਪਰਾ ਹੈ, ਜੇ ਕਿਸੇ ਦਾ ਬਾਪ ਐਮਐਲਏ ਜਾਂ ਐਮਪੀ ਹੋਵੇ ਨਾ, ਉਹਦੀ ਕੋਸ਼ਿਸ਼ ਹੁੰਦੀ ਵੀ ਪੁੱਤ ਵੀ ਐਮਐਲਏ ਐਮਪੀ ਬਣ ਜੇ, ਜਾਂ ਪੁੱਤ ਨੂੰ ਨੌਕਰੀ ਮਿਲ ਜੇ, ਕੋਈ ਇੰਸਪੈਕਟਰ ਦੀ ਮਿਲ ਜੇ, ਕੋਈ ਤਹਿਸੀਲਦਾਰ ਲੱਗ ਜੇ, ਕੋਈ ਪੁੱਤ ਸਿਆਣੀ ਚੰਗੀ ਪੋਸਟ ਤੇ ਆ ਜੇ। ਇਹ ਜਿਹੜੇ ਵੀ ਕਾਂਗਰਸ ਦੇ ਐਮਐਲਏ ਜਾਂ ਐਮਪੀ ਹੈ, ਉਹਨਾਂ 'ਚ ਇੱਕ ਹੋੜ ਹੈ, ਮੁਕਾਬਲਾ ਹੈ। ਹੁਣ ਸਿੱਧੂ ਤੋਂ ਇਹ ਡਰ ਹੈ ਉੱਥੇ ਕਈ ਲੋਕਲ ਵਿਧਾਇਕਾਂ ਨੂੰ, ਕਹਿੰਦੇ ਸਿੱਧੂ ਤਾਂ ਗਿਆ ਕੱਲੇ ਵਿਧਾਇਕ ਦੇ ਘਰੇ ਵੀ ਭਾਈ ਮੈਂ ਤੁਹਾਡੀ ਸੀਟ ਤੋਂ ਨਹੀਂ ਲੜਨਾ, ਮੈਂ ਅੰਮ੍ਰਿਤਸਰੋਂ ਹੀ ਲੜਨਾ। ਹੁਣ ਅੰਮ੍ਰਿਤਸਰ ਵੀ ਉੱਥੇ ਕਈ ਕਾਂਗਰਸੀ ਨੇ ਜਿਹੜੇ ਉਹਨਾਂ ਨੂੰ ਚਿੰਤਾ ਪਈ ਹੋਈ ਵੀ ਕਿਤੇ ਅੰਮ੍ਰਿਤਸਰ ਦਾ ਹਲਕਾ ਨਾ ਬਦਲੇ ਸਿੱਧੂ, ਕਿਉਂਕਿ ਉਹਦੀ ਧਰਮ ਪਤਨੀ ਨੇ ਵੀ ਐਤਕੀ ਕਹਿੰਦੇ ਚੋਣ ਲੜਨੀ ਹੋ ਸਕਦੀ ਹੈ। ਹੁਣ ਇਸ ਕਰਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਬਾਕੀ ਮਦਨ ਲਾਲ ਜਲਾਲਪੁਰਾ ਦੇ ਘਰੇ ਸਵੇਰੇ ਨਵਜੋਤ ਸਿੰਘ ਸਿੱਧੂ ਗਿਆ ਤੇ ਸਿੱਧੂ ਕਹਿੰਦਾ ਵੀ ਮੈਂ ਮਦਨ ਲਾਲ ਜਲਾਲਪੁਰਾ ਦੇ ਨਾਲ ਇੱਟ ਵਾਂਗ ਖੜਾ, ਤੇ ਸਿੱਧੂ ਦਾ ਬਿਆਨ ਹੈ ਜਿਹੜਾ ਪ੍ਰੈਸ ਕਾਨਫਰੰਸ ਉੱਥੇ ਹੋਈ, ਮਦਨ ਲਾਲ ਜਲਾਲਪੁਰਾ ਬੋਲੇ, ਸਾਰੇ ਬੋਲੇ, ਤੇ ਆ SYL ਵਾਲੀ ਗੱਲ ਵੀ ਬੋਲਿਆ ਨਵਜੋਤ ਸਿੰਘ ਸਿੱਧੂ। ਬਾਕੀ ਦੇਖੋ ਸਿੱਧੂ ਨੇ ਗੱਲ ਜ਼ਰੂਰ ਕਹਿਤੀ ਕਿ ਜਿਵੇਂ ਕੈਪਟਨ ਅਮਰਿੰਦਰ ਨੇ SYL ਦੇ ਮਸਲੇ ਤੇ ਸਟੈਂਡ ਲਿਆ ਸੀ, SYL ਦੇ ਮਸਲੇ ਤੇ ਤਾਂ ਪੰਜਾਬ ਸੁਪਰੀਮ ਕੋਰਟ 'ਚ ਕੇਸ ਹਾਰਿਆ ਹੋਇਆ ਹੈ। ਸੋ ਸਿੱਧੂ ਸਾਹਿਬ ਦੀ ਇਹ ਮੈਨੂੰ ਲੱਗਦਾ ਸ਼ਾਇਦ ਜ਼ਿਹਨ 'ਚੋਂ ਨਿਕਲ ਗਿਆ ਹੋਣਾ। ਸੋ ਕੈਪਟਨ ਅਮਰਿੰਦਰ ਨੇ ਜਿਹੜੇ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਸੀ, ਵਾਟਰ ਟਰਮੀਨੇਸ਼ਨ ਐਕਟ ਕੈਪਟਨ ਅਮਰਿੰਦਰ ਦਾ 2004 ਦਾ, ਗਗਨ ਕੈਪਟਨ ਅਮਰਿੰਦਰ ਨੇ ਜਿਹੜਾ ਵਾਟਰ ਟਰਮੀਨੇਸ਼ਨ ਐਕਟ ਦੇ ਤਹਿਤ ਸਮਝੌਤੇ ਰੱਦ ਕੀਤੇ ਸੀ, ਕੈਪਟਨ ਅਮਰਿੰਦਰ ਸਿੰਘ ਦਾ ਉਹ ਐਕਟ ਵੀ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ। ਮਤਲਬ ਜਿਹੜੀ ਕੈਪਟਨ ਅਮਰਿੰਦਰ ਦੀ ਕਾਰਵਾਈ ਸੀ ਉਹ ਸੁਪਰੀਮ ਕੋਰਟ ਨੇ ਰੱਦ ਕਰਤੀ ਸੀ। ਉਹ ਠੀਕ ਹੈ, ਸਾਡੇ ਲੋਕ ਕਹਿਣ ਲੱਗੇ ਸੀ ਪਾਣੀਆਂ ਦਾ ਰਾਜਾ, ਪਾਣੀਆਂ ਦਾ ਬਾਦਸ਼ਾਹ, ਪਰ ਉਹ ਸੁਪਰੀਮ ਕੋਰਟ 'ਚ ਗੱਲਾਂ ਖਤਮ ਹੋ ਚੁੱਕੀਆਂ ਨੇ। ਸੁਪਰੀਮ ਕੋਰਟ 'ਚ ਪਾਣੀਆਂ ਦੇ ਮਸਲੇ 'ਚ ਪੰਜਾਬ ਬੁਰੀ ਤਰ੍ਹਾਂ ਨਾਲ ਹਾਰਿਆ ਗਗਨ, ਇਹ ਤਾਂ ਦੁਨੀਆ ਜਾਣਦੀ ਹੈ। ਇਸ ਕਰਕੇ ਜਿੱਥੋਂ ਤੱਕ 3 ਖੇਤੀ ਕਾਨੂੰਨਾਂ ਦੀ ਗੱਲ ਹੈ ਸਿੱਧੂ ਸਾਹਿਬ, 3 ਖੇਤੀ ਕਾਨੂੰਨ ਵਿਧਾਨ ਸਭਾ 'ਚ ਭਾਵੇਂ ਰੱਦ ਕਰ ਦਿਓ, ਪਰ ਪੰਜਾਬ ਦੇ ਜਿਹੜੇ ਨਵੇਂ ਖੇਤੀ ਕਾਨੂੰਨ ਨੇ ਨਾ, ਜਿਵੇਂ ਕੱਲ ਸੁਖਬੀਰ ਬਾਦਲ ਨੇ ਪਰਸੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅਸੀਂ MSP ਦੇਵਾਂਗੇ, ਇਹ ਵੇਲਾ ਹੈ ਕੈਪਟਨ ਅਮਰਿੰਦਰ ਸਿੰਘ ਫਸਲਾਂ ਨੂੰ, ਸਬਜ਼ੀਆਂ ਨੂੰ MSP ਲਾ ਜੇ, ਆਪਣੀਆਂ ਪਸੰਦ ਦੀਆਂ ਫਲ ਸਬਜ਼ੀਆਂ ਨੂੰ ਹੀ ਕੈਪਟਨ ਅਮਰਿੰਦਰ MSP ਲਾ ਜਾਣ, ਉਹਦੇ ਨਾਲ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ, ਪਰ ਇੱਕ ਵਾਰੀ ਫਲ ਸਬਜ਼ੀਆਂ ਨੂੰ MSP ਲੱਗਣਾ ਸ਼ੁਰੂ ਹੋਣਾ ਚਾਹੀਦਾ ਹੈ। ਸੋ ਕੈਪਟਨ ਅਮਰਿੰਦਰ ਨੂੰ ਜਿਹੜੀਆਂ ਨਿੱਜੀ ਤੌਰ ਤੇ ਪਸੰਦ ਨੇ ਫਲ ਤੇ ਸਬਜ਼ੀਆਂ, ਉਹਨਾਂ ਦਾ MSP ਲਾ ਦੇਣ। ਮੈਂ ਤਾਂ ਇੱਥੋਂ ਤੱਕ ਕਹਿੰਦਾ, ਆਪਾਂ ਨੂੰ ਕੀ ਇਤਰਾਜ਼ ਹੈ, ਜਿਹੜੇ ਮਰਜ਼ੀ ਫਲ ਬੂਟੇ ਤੇ ਲਾ ਦਿਓ MSP, ਸ਼ੁਰੂ ਕਰੋ। ਇਹ ਚੀਜ਼ਾਂ ਸ਼ੁਰੂ ਹੋਣੀਆਂ ਚਾਹੀਦੀਆਂ। ਇੱਕ ਵਾਰੀ ਗੱਲ ਵੀ ਸੁਣਾ ਦਿਓ, ਕਾਂਗਰਸੀ ਪੱਖ ਦੀ ਵੀ ਸੁਣਾ ਦਿਓ ਤੇ ਸਿੱਧੂ ਦੀ ਵੀ ਸੁਣਾ ਦਿਓ। ਮੈਂ ਇੱਥੇ 5 ਵਾਰ ਆਵਾਂ, 10 ਵਾਰ ਆਵਾਂ, 50 ਵਾਰ ਆਵਾਂ, ਇਹ ਮਦਨ ਲਾਲ ਜਲਾਲਪੁਰ ਦਾ ਇਲੈਕਸ਼ਨ ਨਹੀਂ, ਇਹ ਨਵਜੋਤ ਸਿੰਘ ਸਿੱਧੂ ਦਾ ਇਲੈਕਸ਼ਨ। ਗੱਲ ਮੁੱਕੀ। ਉਹਨਾਂ ਨੂੰ ਬਸ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਜਿਹੜੇ ਵਿਰੋਧ ਕਰ ਰਹੇ ਨੇ? ਖਤਮ। ਮੱਕੀ ਦੇ ਤੋਤਾ ਬਹਿਣ ਨਹੀਂ ਦੇਣਾ ਤੇ ਕਾਂਗਰਸ ਚ ਕਾਲੀਆਂ ਭੇਡਾਂ ਨੂੰ ਰਹਿਣ ਨਹੀਂ ਦੇਣਾ। ਖਤਮ। ਦੂਜੀ ਗੱਲ, ਜਿਹੜਾ ਪ੍ਰਾਇੋਰਟੀ ਏਰੀਆਜ਼ ਅਸੀਂ CM ਸਾਹਿਬ ਨਾਲ ਜਿਹੜੇ ਪਹਿਲ ਦੇ ਆਧਾਰ ਦੇ ਉੱਤੇ ਮਸਲੇ ਹੱਲ ਹੋਣੇ, ਉਹ ਜਿਹੜਾ ਇੱਕ ਲੋਕ ਪੱਖੀ ਲੋਕਾਂ ਦੀਆਂ ਜਿਹੜੀਆਂ ਅਸਲੀ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦਾ ਮਸਲਾ ਹੈ, ਉਹਦੇ 'ਚੋਂ ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਪਹਿਲ ਕਿਸਾਨੀ ਇਹ ਸਾਡੀ ਆਨ ਬਾਨ ਸ਼ਾਨ, 60% ਪੰਜਾਬ ਹੈ, ਸਾਡਾ ਵਜੂਦ ਹੈ, ਸਾਡਾ ਵਕਾਰ, ਸਰਕਾਰ ਦਾ ਵੀ ਵਕਾਰ ਹੈ। ਔਰ ਇਹ ਜਿਹੜੇ ਕਾਲੇ ਕਾਨੂੰਨ ਨੇ, ਇਹ ਨੰਬਰ 1 ਸਟੇਟ ਦੇ ਕਾਨੂੰਨ ਬਣਾਉਣ ਦੇ ਅਧਿਕਾਰਾਂ ਤੇ ਡਾਕਾ ਹੈ। ਇਟ ਇਜ਼ ਅ ਡਾਇਰੈਕਟ ਅਟੈਕ ਔਨ ਦ ਫੈਡਰਲ ਸਟਰਕਚਰ ਆਫ ਇੰਡੀਆ। ਸਾਡੇ ਸਟੇਟ ਤੇ ਸੰਵਿਧਾਨ ਦੀ ਸਪਿਰਿਟ ਦੇ ਖਿਲਾਫ ਨੇ ਇਹ ਕਾਨੂੰਨ। ਐਗਰੀਕਲਚਰ ਸਟੇਟ ਸਬਜੈਕਟ ਹੈ, ਇਹ ਕਾਨੂੰਨ ਇਲੀਗਲ ਨੇ, ਅਨਕਨਸਟੀਟਿਊਸ਼ਨਲ ਨੇ, ਔਰ ਇਹ ਕਾਨੂੰਨ ਟ੍ਰੇਡ ਐਂਡ ਕਾਮਰਸ ਦੀ ਆੜ ਦੇ ਵਿੱਚ। ਇੱਕ ਪਾਸੇ ਜਿੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਪੁਰਾਣੇ ਕਾਨੂੰਨਾਂ ਨੂੰ ਲੈ ਕੇ ਚਰਚਾਵਾਂ ਨੇ, ਤੇ ਉਧਰ ਦੂਜੇ ਪਾਸੇ ਜੱਲਾ ਸਾਹਿਬ ਸਮੀਤ ਸਿੰਘ ਸੈਣੀ ਬਹੁਤ ਚਰਚਾਵਾਂ ਦੇ ਵਿੱਚ ਨੇ।
ਤਕਰੀਬਨ 12-13 ਘੰਟੇ ਸੁਮੇਧ ਸਿੰਘ ਸੈਣੀ ਦੇ ਘਰੇ ਪਰਸੋਂ ਚੌਥੇ ਕਹਿੰਦੇ ਲਗਾਤਾਰ ਜਿਹੜੀ ਸਾਰੀ ਰਾਤ ਜਾਂਚ ਪੜਤਾਲ ਚੱਲਦੀ ਰਹੀ, ਪਰ ਨਿਕਲਿਆ ਫਿਰ ਵੀ ਉਸ ਦੇ ਵਿੱਚੋਂ ਕੁਝ ਨਹੀਂ। ਤੇ ਸੁਮੇਧ ਸਿੰਘ ਸੈਣੀ ਅਗਲੇ ਦਿਨ ਹੀ ਜਿਹੜੇ ਹੁਕਮ ਲੈ ਕੇ ਆ ਗਏ ਕਿ ਜੇਕਰ ਮੇਰੇ ਘਰੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਛਾਪੇਮਾਰੀ ਕਰਨੀ ਹੈ ਤਾਂ ਉਹਦੇ ਲਈ ਪਹਿਲਾਂ ਮੈਨੂੰ ਨੋਟਿਸ ਦੇਣਾ ਪਊ। ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਕਿਉਂ ਨਹੀਂ ਹੁੰਦੀ? ਕਦੇ ਵੀ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਹੋਈ ਹੋਵੇ। ਰੰਧਾਵਾ ਸਾਹਿਬ ਵੀ ਬਿਆਨ ਦੇ ਗਏ, ਕਹਿੰਦੇ ਕਿ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਹੁੰਦੀ ਹੈ ਹਰ ਵਾਰ ਸਰਕਾਰ ਤੇ ਕੁਝ ਮੁਲਾਜ਼ਮਾਂ ਦੇ ਪੱਖ ਤੋਂ। ਮੁਲਾਜ਼ਮ ਤੇ ਅਫਸਰ ਕਹਿੰਦੇ ਕਈ ਬਚਾਉਂਦੇ ਨੇ। ਦੇਖੋ ਉਹਨਾਂ ਦਾ ਡੀਜੀਪੀ ਰਿਹਾ ਸੁਮੇਧ ਸਿੰਘ ਸੈਣੀ, ਪਰ ਮੈਂ ਬੜਾ ਹੈਰਾਨ ਹਾਂ ਕਿ ਸਰਕਾਰਾਂ ਤੋਂ ਸੁਮੇਧ ਸਿੰਘ ਸੈਣੀ ਅੱਜ ਤੱਕ ਵੀ ਗ੍ਰਿਫਤਾਰ ਨਹੀਂ ਹੋਇਆ। ਜੇ ਕਿਸੇ ਗਰੀਬ ਦਾ ਪੁੱਤ ਹੁੰਦਾ ਤੇ ਪੂਰਾ ਟੱਬਰ ਚੱਕ ਲਿਆਉਣਾ ਸੀ ਪੰਜਾਬ ਦੀ ਪੁਲਿਸ ਨੇ। ਅਫਸਰ ਹੁਕਮ ਕਰ ਦਿੰਦੇ ਆ ਵੀ ਟੱਬਰ ਚੱਕ ਲਿਓ ਭਾਈ। ਤੇ ਸੁਮੇਧ ਸਿੰਘ ਸੈਣੀ ਚੱਕਣਾ ਟੱਬਰ ਨਹੀਂ ਚਾਹੀਦਾ। ਉਹ ਠੀਕ ਹੈ, ਹਰ ਵਿਅਕਤੀ ਕੋਲੇ ਐਡੀ ਪਹੁੰਚ ਤੇ ਐਡੀ ਤਾਕਤ ਨਹੀਂ ਹੁੰਦੀ ਜਿਹੜੀ ਸੁਮੇਧ ਸਿੰਘ ਸੈਣੀ ਕੋਲੇ ਹੈਗੀ ਹੈ। ਹੁਣ ਸੁਮੇਧ ਸਿੰਘ ਸੈਣੀ ਤੇ ਕਹਿੰਦੇ ਜਿਹੜੇ ਵਿਜੀਲੈਂਸ ਦੇ ਐਸਐਸਪੀ ਨੇ ਉਹਨਾਂ ਵੱਲੋਂ ਕੇਸ ਦਰਜ ਕੀਤਾ ਗਿਆ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ। ਇੱਕ ਮਾਮਲਾ ਹੈ ਬੜਾ ਪੁਰਾਣਾ ਗਗਨ, ਕੋਈ ਬੇਨਾਮੀ ਸੰਪत्ति ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਇਹਦੇ 'ਚ ਸੁਮੇਧ ਸਿੰਘ ਸੈਣੀ ਦਾ ਕਹਿੰਦੇ ਨਾਮ ਹੈ, ਇਸ ਤੋਂ ਇਲਾਵਾ ਕੁਝ ਹੋਰ ਮੁਲਾਜ਼ਮ ਨੇ ਇਹਦੇ ਵਿੱਚ। ਕੁੱਲ 7 ਲੋਕਾਂ ਦੇ ਖਿਲਾਫ ਹੈ। ਇਹਦੇ 'ਚ ਟਰਾਈ ਸਿਟੀ ਕਹਿ ਦਿੰਦੇ ਨੇ, ਜਿਵੇਂ ਚੰਡੀਗੜ੍ਹ ਮੋਹਾਲੀ ਪੰਚਕੂਲਾ, ਉੱਥੋਂ ਦੇ 4 ਮੁਲਾਜ਼ਮ ਹੈ ਤੇ ਪੰਜਾਬ ਦੇ 2 ਮੁਲਾਜ਼ਮਾਂ ਦੇ ਸਣੇ ਕੁੱਲ 7 ਕਹਿੰਦੇ ਲੋਕ ਨੇ ਜਿਨ੍ਹਾਂ ਦੇ ਖਿਲਾਫ ਇਹ ਵਿਜੀਲੈਂਸ ਬਿਊਰੋ ਵੱਲੋਂ, ਕਿਉਂਕਿ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਕੇਸ ਦਰਜ ਕਰਦਾ ਹੈ, ਸੋ ਕੋਈ ਬੇਨਾਮੀ ਸੰਪत्ति ਉਹਦਾ ਮਾਮਲਾ ਇਹ, ਉਹਦੇ 'ਚ ਕੇਸ ਦਰਜ ਕੀਤਾ ਗਿਆ। ਪਰ ਇਹ ਹੈ ਵੀ ਛਾਪੇਮਾਰੀ ਜ਼ਰੂਰ ਕਰਨ ਗਏ ਸੀ ਸੁਮੇਧ ਸਿੰਘ ਸੈਣੀ ਦੇ ਘਰ ਵਿਜੀਲੈਂਸ ਬਿਊਰੋ ਵਾਲੇ, ਪਰ ਲੱਭਿਆ ਕੁਛ ਨਹੀਂ ਤੇ ਨਾ ਸੁਮੇਧ ਸਿੰਘ ਸੈਣੀ ਲੱਭਿਆ। ਬਾਕੀ ਹੁਣ ਵੇਖਦੇ ਹਾਂ ਵੀ ਕੀ ਸੁਮੇਧ ਸਿੰਘ ਸੈਣੀ ਦੀ ਕਦੇ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਹੁੰਦੀ। ਇਹ ਆਪਣੇ ਆਪ ਦੇ ਵਿੱਚ ਇੱਕ ਰਹੱਸ ਹੈ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸੁਖਜਿੰਦਰ ਰੰਧਾਵਾ ਨੇ ਵੀ ਬਿਆਨ ਦਿੱਤਾ ਹੈ, ਅਗਰ ਤੁਹਾਡੇ ਕੋਲੇ ਉਪਲਬਧ ਹੈ ਤੇ ਤੁਸੀਂ ਵੀ ਜ਼ਰੂਰ ਸੁਣਾ ਦਿਓ। ਜੇ ਸੁਖਜਿੰਦਰ ਰੰਧਾਵਾ ਨੇ ਵੀ ਐਡੀ ਗੱਲ ਕਹਿਤੀ ਕਿ ਸਰਕਾਰ ਤੇ ਸਰਕਾਰ ਦੇ ਕੁਝ ਅਫਸਰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਫਿਰ ਮੈਨੂੰ ਲੱਗਦਾ ਇਹਦੇ ਵਿੱਚ ਵੀ ਅਦਾਲਤਾਂ ਨੂੰ ਦਖਲ ਦੇ ਦੇਣਾ ਚਾਹੀਦਾ, ਕਿਉਂਕਿ ਜਿੱਥੇ ਹਿਰਾਸਤ 'ਚ ਪੁੱਛਗਿੱਛ ਜ਼ਰੂਰੀ ਹੋਵੇ, ਗ੍ਰਿਫਤਾਰੀ 'ਚ ਪੁੱਛਗਿੱਛ ਜ਼ਰੂਰੀ ਹੋਵੇ, ਉੱਥੋਂ ਫਿਰ ਅਦਾਲਤ ਕੋਲੋਂ ਇਹ ਪੁਲਿਸ ਮੰਗ ਕਰ ਸਕਦੀ ਹੈ ਵਿਜੀਲੈਂਸ ਬਿਊਰੋ ਕਿ ਸਾਡੇ ਲਈ ਗ੍ਰਿਫਤਾਰ ਜਾਂ ਹਿਰਾਸਤ 'ਚ ਪੁੱਛਗਿੱਛ ਜ਼ਰੂਰੀ ਹੈ ਤੇ ਸਾਨੂੰ ਹਿਰਾਸਤ 'ਚ ਦਿੱਤਾ ਜਾਵੇ ਸੁਮੇਧ ਸਿੰਘ ਸੈਣੀ ਨੂੰ। ਬਿਲਕੁਲ ਸੋ ਜ਼ਰੂਰ ਹੈ ਕਿ ਸੁਮੇਧ ਸਿੰਘ ਸੈਣੀ ਦੇ ਮਾਮਲੇ ਦੇ ਵਿੱਚ ਸਰਕਾਰ ਜ਼ਰੂਰ ਪੱਬਾਂ ਭਾਰ ਨਜ਼ਰ ਆਈ ਸੀ, ਪਰ ਸਰਕਾਰ ਦੇ ਹੱਥ ਕੁਝ ਲੱਗਿਆ ਨਹੀਂ। ਜੋ ਬੀਤੇ ਦਿਨ ਹੀ ਜਿਸ ਤਰ੍ਹਾਂ ਛਾਪੇਮਾਰੀ ਚੱਲੀ ਤਕਰੀਬਨ 13-14 ਘੰਟੇ। ਪਟਿਆਲਾ ਸਾਹਿਬ ਦੇ ਦੂਜੇ ਪਾਸੇ ਹੁਣ ਕਿਸਾਨਾਂ ਦੇ ਵੱਲ ਵੀ ਵਧੀਏ। ਕਿਸਾਨਾਂ ਦੇ ਵੱਲੋਂ 15 ਅਗਸਤ ਦੀਆਂ ਵੀ ਤਿਆਰੀਆਂ ਜਿਹੜੀਆਂ ਕਰ ਲਈਆਂ ਗਈਆਂ ਨੇ ਤੇ ਵੱਖਰੇ ਐਲਾਨ 15 ਅਗਸਤ ਨੂੰ ਲੈ ਕੇ ਵੀ ਕੀਤੇ ਜਾ ਰਹੇ ਨੇ। ਆਪਣੇ ਪੱਧਰ ਦੇ ਉੱਤੇ ਪ੍ਰੈਸ ਕਾਨਫਰੰਸ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੀ ਗਈ ਹੈ। ਬਿਲਕੁਲ ਜੀ, ਦੇਖੋ ਕਿਸਾਨ ਮੋਰਚਾ ਵੀ ਲਗਾਤਾਰ ਜਿਹੜਾ ਹੈਗਾ ਉਹ 15 ਅਗਸਤ ਨੂੰ ਲੈ ਕੇ ਤਿਆਰੀਆਂ ਕਰ ਰਿਹਾ। 26 ਜਨਵਰੀ ਵਾਲੇ ਦਿਨ ਜਿਹੜੀ ਮਾੜੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਅੰਦੋਲਨ ਪਿੱਛੇ ਪੈ ਗਿਆ, ਨਹੀਂ ਤਾਂ ਹੁਣ ਤੱਕ ਸਾਡੇ ਕਿਸਾਨ ਖੁਸ਼ੀ 'ਚ ਲੱਡੂ ਖਾ ਰਹੇ ਹੁੰਦੇ ਤੇ ਉਹ ਦਿਨ ਬਾਹਲਾ ਚੰਗਾ ਨਹੀਂ ਸੀ। ਹਾਲਾਂਕਿ ਉਹ ਦੇਸ਼ ਦੀ ਆਜ਼ਾਦੀ ਗਣਤੰਤਰ ਸੀ ਸਾਡਾ 26 ਜਨਵਰੀ, ਤੇ ਹੁਣ 15 ਅਗਸਤ ਨੂੰ ਆਜ਼ਾਦੀ ਦਿਹਾੜਾ ਹੈ। 15 ਅਗਸਤ ਲਈ ਜਿਹੜੇ ਕਿਸਾਨਾਂ ਦੇ ਐਲਾਨ ਨੇ, ਵੱਡੇ ਐਲਾਨ ਕਿਸਾਨਾਂ ਨੇ ਕੀਤੇ ਨੇ। ਗਗਨ, ਮੈਂ ਚਾਹੂੰਗਾ ਕਿ ਇੱਕ ਵਾਰੀ ਉਹ ਐਲਾਨ ਨੇ ਤੁਸੀਂ ਜ਼ਰੂਰ ਸੁਣਾ ਦਿਓ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ कि हुण रुख की है किसानों का। 22 तारीख से 22 जुलाई से लगातार किसान संसद जो है वो संसद मार्ग पे चल रही है और कल हमने इसकी समीक्षा की। अब तक का जो उसका संचालन हुआ है उसके ऊपर कुछ टिप्पणियां हम रखेंगे। फिर 15 अगस्त को जो किसान मजदूर आज़ादी संग्राम दिवस मनाने का निर्णय लिया देश भर में, उसके ऊपर रखेंगे। और 9 अगस्त को जो भारत छोड़ो 1942 का है उसकी तर्ज पे आज के संदर्भ में किसान आंदोलन के दृष्टिगत और आज जो देश की सामाजिक और आर्थिक अर्थव्यवस्था है उसके मद्देनज़र जो स्लोगन दिया गया है कि कारपोरेट खेती छोड़ो और मोदी गद्दी छोड़ो। इसी प्रकार से 10 तारीख को जो तीज का एक सद्भाव का बहुत बड़ा सौहार्द का त्यौहार है उसको भी परंपरागत जो हमारा लोक त्यौहार की तरह से पूरा बॉर्डरों के ऊपर भी जहाँ भी हमारे संघर्ष चल रहे हैं और टोलों के ऊपर भी मनाया जाएगा। बिल्कुल सो किसानों की भी गलबात तुसीं सुनी है। कुछ सियासी जो बयानबाजियां ने, सियासी बयानबाजियां भी तुहानूं सुना दिंदे हां। आ जिहड़ा 13 अनुकाती प्रोग्राम आ ये सिर्फ ते सिर्फ वोटां लैण दे लई, लोकां नूं सियासी तौर ते लुੱਟਣ ਦੇ ਲਈ ਆ। पर पंजाब ਦੇ लोग भली भांत जाणू ने ये 13 अनुकाती प्रोग्राम ਤੇ ਲੋਕ ਜਿਹੜਾ ਹੈਗਾ ਪੰਜਾਬ ਦੇ ਲੋਕ ਕਦੇ ਹੀ ਇਹਨੂੰ ਐਕਸੈਪਟ ਨਹੀਂ ਕਰਨਗੇ।
ਜਿਹੜੇ ਪੰਜਾਬ ਦੇ ਅਸਲੀ ਭਖਤ ਦੇ ਮੁੱਦੇ ਨੇਗੇ ਅਕਾਲੀ ਦਲ ਉਹਦੇ ਬਿਲਕੁਲ ਚੁੱਪਾ, ਕਿਉਂਕਿ ਸਾਰਿਆਂ ਦਾ ਸਰਗਣਾ, ਸਾਰਿਆਂ ਦਾ ਹੈੱਡ ਸ਼੍ਰੋਮਣੀ ਅਕਾਲੀ ਦਲ ਰਿਹਾ ਗਾ, ਔਰ ਸਾਰੇ ਜਿਹੜੇ ਉਹ ਮਾਫੀਆ ਰਾਜ ਸੀਗੇ ਉਹਨਾਂ ਨੂੰ ਅੱਜ ਕੈਰੀ ਔਨ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ। ਅੱਜ ਅਸੀਂ ਕੋਈ ਜੁਆਇਨਿੰਗਾਂ ਕਰਾਉਣੀਆਂ ਸੀ, ਪਰ ਲੇਕਿਨ ਉਹ ਗੋਨਿਆਣਾ ਮੰਡੀ ਜਾ ਕੇ ਕਰਾਵਾਂਗੇ। ਹੁਣ ਤੁਹਾਡਾ ਕੋਈ ਸਵਾਲ? ਚੀਮਾ ਸਾਹਿਬ, ਦਿੱਲੀ ਦੇ ਵਿਧਾਇਕਾਂ ਦੇ ਤਨਖਾਹ ਤੇ ਭੱਤੇ ਵਧਾਏ ਗਏ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦਿੱਲੀ ਦੇ ਵਿਧਾਇਕਾਂ ਦੇ ਜਿਹੜੇ ਭੱਤੇ ਸੀਗੇ, ਪਹਿਲਾਂ ਜਿਹੜਾ ਮਿਨੀਮਮ ਬੇਸ ਐਕਟ ਹੈਗਾ, ਹਿੰਦੁਸਤਾਨ ਦਾ ਮਿਨੀਮਮ ਬੇਸ ਐਕਟ ਹੈਗਾ ਜਾਂ ਪੰਜਾਬ ਦਾ ਮਿਨੀਮਮ ਬੇਸ ਐਕਟ ਆ, ਉਹਦੇ ਨਾਲ ਕਿਤੇ ਘੱਟ ਸੀਗੇ। 12,000 ਰੁਪਏ ਤਨਖਾਹ ਸੀ ਉਹਨਾਂ ਦੀ, 12,000 ਤੋਂ ਬਾਅਦ ਉਹ 30,000 ਕੀਤੇ ਨੇ। ਅੱਜ ਵੀ ਦਿੱਲੀ ਦੇ ਜਿੰਨੇ ਵਿਧਾਇਕਾਂ ਨੂੰ ਸਾਰੀਆਂ ਸਹੂਲਤਾਂ ਪਾ ਕੇ ਮਿਲਦੀਆਂ ਨੇ। ਅੱਜ ਵੀ ਪੂਰੇ ਨਾਰਥ ਇੰਡੀਆ ਚੋਂ ਚਾਹੇ ਆਪਾਂ ਹਿਮਾਚਲ ਦੀ ਗੱਲ ਕਰ ਲਈਏ, ਚਾਹੇ ਆਪਾਂ ਰਾਜਸਥਾਨ ਦੀ ਗੱਲ ਕਰ ਲਈਏ, ਹਰਿਆਣੇ ਦੀ ਗੱਲ ਕਰ ਲਈਏ, ਜਿੰਨੇ ਸਟੇਟ ਨੇ ਪੰਜਾਬ ਚੋਂ, ਉਹਨਾਂ ਨੂੰ ਕਿਤੇ ਘੱਟ ਹੈ। ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਜੋ ਪੂਰੀ ਤਰ੍ਹਾਂ ਫੇਲ ਹੋਈ ਹੈ, ਤੇ ਹੁਣ ਤੱਕ ਅੱਜ ਦੀ ਡੇਟ ਜੋ ਮੌਜੂਦਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ, ਉਹ ਆਪ ਇਸ ਚੀਜ਼ ਦੇ ਇਲਜ਼ਾਮ ਸਰਕਾਰ ਤੇ ਲਾਉਂਦੇ ਰਹੇ ਨੇ ਵੀ ਆਪਾਂ ਕਿਹੜਾ ਮੂੰਹ ਲੈ ਕੇ ਲੋਕਾਂ ਵਿੱਚ ਜਾਵਾਂਗੇ। ਅੱਜ ਜੇ ਉਹ ਪ੍ਰਧਾਨ ਬਣ ਗਏ ਨੇ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਸਾਰੀ ਚੀਜ਼ਾਂ ਦੇ ਉੱਪਰ ਜਵਾਬ ਉਹ ਦੇਣ, ਨਹੀਂ ਤੇ ਟਾਈਮ ਬਹੁਤ ਥੋੜਾ ਰਹਿ ਗਿਆ। ਲੋਕਾਂ ਨੇ ਆਪੇ ਸਹੀ ਟਾਈਮ ਹੋਣ ਤੇ ਜਵਾਬ ਲੈ ਲੈਣਾ। ਦੂਜੇ ਪਾਸੇ ਦਿੱਲੀ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਨੂੰ ਵੇਖਦੇ ਹੋਏ ਬਈ ਜਿਹੜੇ ਵਾਅਦੇ ਦਿੱਲੀ ਸਰਕਾਰ ਨੇ ਚੋਣਾਂ ਵੇਲੇ ਕੀਤੇ ਸੀ, ਉਹ ਕਿਸ ਤਰੀਕੇ 'ਚ ਨੀਅਤ ਸਾਫ਼ ਹੋਵੇ ਤੇ ਡਿਲੀਵਰ ਹੋ ਸਕਦੇ ਨੇ, ਉਸ ਸਭ ਨੂੰ ਵੇਖਦੇ ਹੋਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਹਰ ਦਿਨ ਵੱਧਦਾ ਜਾ ਰਿਹਾ ਹੈ। ਅੱਜ ਹੋਰ ਕਈ ਸਾਰੇ ਨਵੇਂ ਸਾਥੀ ਉਸ ਕਾਰਗੁਜ਼ਾਰੀ ਨੂੰ ਵੇਖ ਕੇ, ਦਿੱਲੀ ਦੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਗਵਰਨੈਂਸ ਮਾਡਲ ਨੂੰ ਵੇਖ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ। ਮੈਂ ਪੰਜਾਬ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਆਫੀਸ਼ੀਅਲੀ ਸ਼ਾਮਲ ਕਰਨ ਦੀ ਸ਼ੁਰੂਆਤ ਸ਼ੁਰੂ ਕਰਨ। ਸੋ ਇਹ ਖਾਸ ਸਿਆਸਤ ਦੇ ਵਿੱਚੋਂ ਕੁਝ ਅਪਡੇਟ ਸੀ ਜਿਨ੍ਹਾਂ ਦੇ ਉੱਤੇ ਹਰ ਰੋਜ਼ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹਾਂ। ਅੱਜ ਵੀ ਉਸੇ ਤਰ੍ਹਾਂ ਚਰਚਾ ਰਹੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕੀ ਕੁਝ ਕਰਨ ਜਾ ਰਹੀ ਹੈ ਉਸ ਦੇ ਉੱਤੇ ਵੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫਿਲਹਾਲ ਦੇ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਲਵਾਂਗੇ। ਡਾਲਾ ਸਾਹਿਬ ਬਹੁਤ ਧੰਨਵਾਦ। ਬਹੁਤ ਧੰਨਵਾਦ।